ਹੈਲੋ एवरीवन ਵੈਲਕਮ ਯੂ ਆਲ ਇਨ ਯੂਰ ਓਨ ਚੈਨਲ ਲਰਨ ਐਵਰੀਥਿੰਗ। ਸੋ ਅਸੀਂ ਕੈਮਿਸਟਰੀ ਦਾ ਇੱਕ ਟੌਪਿਕ ਦੇਖਾਂਗੇ ਆਰਗੈਨੋਮੈਟੈਲਿਕ ਕੰਪਾਊਂਡ। ਸਿਲੇਬਸ ਦੇ ਵਿੱਚ ਸਪੈਸ਼ਲ ਮੈਂਸ਼ਨ ਹੈਗਾ ਇਹ ਟੌਪਿਕ, ਠੀਕ ਹੈ। ਸੋ ਇਹਨੂੰ ਦੇਖਾਂਗੇ ਆਪਾਂ। ਆਰਗੈਨੋਮੈਟੈਲਿਕ ਕੰਪਾਊਂਡ ਫਸਟ ਆਫ ਆਲ ਹੁੰਦੇ ਕੀ ਆ? ਆਰਗੈਨੋਮੈਟੈਲਿਕ ਕੰਪਾਊਂਡ ਆਰ ਦੋਜ਼ ਕੰਪਾਊਂਡ ਵਿਚ ਕੰਟੇਨ ਵਨ ਔਰ ਮੋਰ ਮੈਟਲ ਕਾਰਬਨ ਬੌਂਡ, ਯਾਨੀ ਮੈਟਲ ਤੇ ਕਾਰਬਨ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਬੌਂਡ ਜਿਹੜੇ ਕੰਪਾਊਂਡ ਕੰਟੇਨ ਕਰਦੇ ਆ ਉਹਨਾਂ ਨੂੰ ਕੀ ਕਹਿੰਦੇ ਆਪਾਂ? ਆਰਗੈਨੋਮੈਟੈਲਿਕ ਕੰਪਾਊਂਡ। ਆਰਗੈਨੋ ਤੋਂ ਆਰਗੈਨਿਕ ਯਾਦ ਰੱਖਿਓ। ਆਰਗੈਨਿਕ ਕੈਮਿਸਟਰੀ 'ਚ ਆਪਾਂ ਕਾਰਬਨ ਨਾਲ ਡੀਲ ਕਰਦੇ ਹਾਂ। ਮੈਟਲ ਤੋਂ ਮੈਟਲ ਹੋ ਗਿਆ, ਠੀਕ ਹੈ। ਮੈਟੈਲਿਕ ਤੋਂ ਮੈਟਲ। ਸੋ ਕਾਰਬਨ ਅਤੇ ਮੈਟਲ ਦੇ ਵਿਚਕਾਰ ਜਿਹੜਾ ਕੰਪਾਊਂਡ ਬੌਂਡ ਕੰਟੇਨ ਕਰਦਾ, ਭਾਵੇਂ ਇੱਕ ਹੋਵੇ ਜਾਂ ਉਸ ਤੋਂ ਜ਼ਿਆਦਾ ਹੋਵੇ, ਉਸਨੂੰ ਬੋਲਦੇ ਆਪਾਂ ਆਰਗੈਨੋਮੈਟੈਲਿਕ ਕੰਪਾਊਂਡ। It may be noted that all compound containing carbon and metal atom are not organometallic। ਪਰ ਬਾਅਦ ਵਿੱਚ ਦੇਖਿਆ ਕੀ ਗਿਆ, ਉਹ ਸਾਰੇ ਕੰਪਾਊਂਡ ਜਿਨ੍ਹਾਂ ਦੇ ਵਿੱਚ ਮੈਟਲ ਤੇ ਕਾਰਬਨ ਦੇ ਵਿੱਚ ਬੌਂਡ ਸੀਗਾ ਉਹ ਸਾਰੇ organometallic ਨਹੀਂ ਸੀਗੇ। ਸੋ ਵੀ ਯੂਜ਼ ਦਾ ਟਰਮ ਫॉर ਕੰਪਾਊਂਡ ਵਿਚ ਕੰਟੇਨ ਐਟਲੀਸਟ ਵਨ ਮੈਟਲ ਕਾਰਬਨ ਬੌਂਡ, ਕਿ ਐਟਲੀਸਟ ਵਨ ਉਹਨਾਂ ਕੋਲ ਹੋਵੇ। ਫੋਰ ਐਗਜ਼ਾਮਪਲ ਜਿੱਦਾਂ ਐਨ ਐਲਕੋਕਸਾਈਡ ਸੱਚ ਐ C3H7O4, ਠੀਕ ਹੈ। ਇਹ ਫਾਰਮੂਲਾ ਹੈਗਾ C3H7O4। ਦਿਸ ਇਜ਼ ਨਾਟ ਕੰਸੀਡਰ ਟੂ ਬੀ ਆਰਗੈਨੋਮੈਟੈਲਿਕ ਕੰਪਾਊਂਡ ਬਿਕੋਜ਼ ਜਿਹੜਾ ਇਹ 'ਚ ਆਰਗੈਨਿਕ ਗਰੁੱਪ ਸੀਗਾ ਉਹ ਬੌਂਡਡ ਸੀਗਾ ਟੂ TI ਐਟਮ ਬਾਈ ਆਕਸੀਜਨ, ਠੀਕ ਹੈ। ਸੋ ਉਹਦੇ ਵਿੱਚ TI ਦੇ ਨਾਲ ਆਕਸੀਜਨ ਸੀ, ਨਾ ਕਿ TI ਦੇ ਨਾਲ ਸੀ। ਸੋ ਐਟਲੀਸਟ ਇੱਕ ਬੌਂਡਡ ਜ਼ਰੂਰ ਹੋਣਾ ਚਾਹੀਦਾ, ਠੀਕ ਹੈ। ਮਤਲਬ ਕਿ ਉਹ ਮੈਟਲ ਜਿਹੜੀ ਉਹ ਕਾਰਬਨ ਨਾਲ ਬੌਂਡਡ ਹੋਣੀ ਚਾਹੀਦੀ ਆ। ਕਲੀਅਰ ਆ? ਸੋ ਇਸ ਕਰਕੇ ਇਹ ਆਰਗੈਨੋਮੈਟੈਲਿਕ ਕੰਪਾਊਂਡ ਜਿਹੜਾ ਕੰਸੀਡਰ ਕੀਤਾ ਨਹੀਂ ਗਿਆ। ਪੇਪਰ 'ਚ ਪੁੱਛਿਆ ਜਾ ਸਕਦਾ ਇਹਨਾਂ 'ਚੋਂ ਕਿਹੜਾ ਹੈਗਾ ਫਿਰ ਕਿਹੜਾ ਨਹੀਂ। ਜਿੱਦਾਂ ਕਿ ਐਗਜ਼ਾਮਪਲ ਲਈ ਉਹਨੇ ਕੰਪਾਊਂਡ C6H5TiO C3H7, ਠੀਕ ਹੈ 3, ਯਾਨੀ ਕਿ ਇਹੀ ਵਾਲਾ ਕੰਪਾਊਂਡ ਆ ਜਿਹੜਾ ਇਹਦੇ ਵਿੱਚ ਰਿਪਲੇਸਮੈਂਟ ਕਰ ਦਿੱਤੀ ਗਈ, ਇਹ 3 ਹੋ ਗਏ, ਠੀਕ ਆ। ਅਤੇ ਇੱਕ ਸਾਡੇ ਕੋਲ ਕੀ ਲੱਗਿਆ C6H5, ਠੀਕ ਹੈ। ਸੋ ਇਸ ਕੇਸ ਦੇ ਵਿੱਚ ਕੀ ਹੋਇਆ, ਇਹ ਆਰਗੈਨੋਮੈਟੈਲਿਕ ਕੰਪਾਊਂਡ ਬਣ ਗਿਆ। ਕਿਉਂ? ਕਿਉਂਕਿ ਇਹਦੇ ਵਿੱਚ ਮੈਟਲ ਅਤੇ ਦੇਖੋ ਕਾਰਬਨ ਦੇ ਵਿੱਚ ਕੀ ਆ ਗਿਆ? ਬੌਂਡ ਆ ਗਿਆ। ਸੋ ਮਤਲਬ ਆਰਗੈਨੋਮੈਟੈਲਿਕ ਕੰਪਾਊਂਡ ਉਹ ਹੈਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਘੱਟੋ ਘੱਟ ਇੱਕ ਮੈਟਲ ਅਤੇ ਕਾਰਬਨ ਦੇ ਵਿੱਚ ਜਿਹੜਾ ਬੌਂਡ ਆ ਉਹ ਦੇਖਣ ਨੂੰ ਮਿਲੇ। ਕਲੀਅਰ? ਸੋ ਇਹ ਵਾਲਾ ਜਿਹੜਾ ਸੀ ਆਰਗੈਨੋਮੈਟੈਲਿਕ ਕੰਪਾਊਂਡ ਨਹੀਂ ਸੀ, ਕਿਉਂਕਿ ਇੱਥੇ ਜਿਹੜੀ ਮੈਟਲ ਸੀ ਉਹ ਡਾਇਰੈਕਟਲੀ ਬੌਂਡਡ ਟੂ ਕਾਰਬਨ ਨਹੀਂ ਸੀ, ਉਹ ਬੌਂਡਡ ਟੂ ਆਕਸੀਜਨ ਸੀ। ਬਟ ਜੇ ਮੈਂ ਇਸ ਕੰਪਾਊਂਡ ਦੀ ਗੱਲ ਕਰਾਂ, ਇਹਦੇ ਵਿੱਚ ਜਿਹੜੀ ਮੈਟਲ ਆ ਉਹ ਕਿਹਨੂੰ ਬੌਂਡਡ ਹੈਗੀ? ਕਾਰਬਨ ਐਟਮ ਨੂੰ। ਕਲੀਅਰ? So it may be noted that the suffix metallic ਦਾ ਮਤਲਬ often include metalloids like iron, arsenic, tellurium as well as true metals, ਯਾਨੀ ਉਹਦੇ ਵਿੱਚ ਮੈਟਲ ਹੋਏਗੀ, ਠੀਕ ਹੈ। E.C. Franklin was the first chemist to synthesis of organometallic compound dimethyl zinc, ਠੀਕ ਹੈ, CH3 ਜ਼ਿੰਕ। ਇਹਨੇ ਫਸਟ ਸਭ ਤੋਂ ਪਹਿਲਾਂ ਜਿਹੜਾ ਆਰਗੈਨੋਮੈਟੈਲਿਕ ਕੰਪਾਊਂਡ ਬਣਿਆ ਉਹ ਇਹ ਬਣਿਆ ਸੀ, ਕਿਹੜਾ ਸੀ? CH3, ਉਹਦੇ ਬਾਅਦ 2 ਨਾਲ ਜ਼ਿੰਕ, ਠੀਕ ਹੈ। ਹੀ ਆਲਸੋ ਪ੍ਰੀਪੇਅਰਡ ਦਾ ਅਦਰ ਕੰਪਾਊਂਡ, ਉਹਨੇ ਕਈ ਹੋਰ ਕੰਪਾਊਂਡ ਵੀ ਬਣਾਏ, ਠੀਕ ਹੈ, ਕੰਟੇਨਿੰਗ ਦਾ ਮੈਟਲ ਕਾਰਬਨ ਬੌਂਡ ਲਾਈਕ ਇੱਦਾਂ ਦੇ ਹੋਰ ਵੀ ਹੈਗੇ। ਬਟ ਜਿਹੜਾ ਫਸਟ ਹੈ ਉਹ ਮੈਂ ਤੁਹਾਨੂੰ ਦੱਸ ਦਿੱਤਾ, ਪੁੱਛਿਆ ਜਾ ਸਕਦਾ। In fact, the Franklin introduced the term organometallic in the language of chemistry. The organometallic compound of lithium, magnesium, boron, aluminum, silicon received recognition in the early years. So starting ਦੇ ਵਿੱਚ ਇਹਨਾਂ ਦੇ ਸਾਨੂੰ ਜ਼ਿਆਦਾ ਜਿਹੜੇ ਆ organometallic compound ਦੇਖਣ ਨੂੰ ਮਿਲੇ, ਜਿਹਦੇ ਵਿੱਚ ਕਾਫੀ ਇੰਡਸਟਰੀਅਲ ਯੂਜ਼ਿਸ ਦੇ ਸੀਗੇ ਉਹ। ਅੱਗੇ ਇਹਨਾਂ ਦੀ ਹੈਗੀ ਕਲਾਸੀਫਿਕੇਸ਼ਨ। ਸਭ ਤੋਂ ਪਹਿਲਾਂ ਜਿਹੜਾ ਮੈਟਲ ਅਤੇ ਕਾਰਬਨ ਬੌਂਡ ਆ ਉਹਦੇ ਬੇਸ 'ਤੇ ਦੀ ਕਲਾਸੀਫਿਕੇਸ਼ਨ ਕੀਤੀ ਗਈ ਆ। 2 ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ, ਸਿਗਮਾ ਬੌਂਡਡ ਅਤੇ ਪਾਈ ਬੌਂਡਡ। ਪਹਿਲਾਂ ਗੱਲ ਕਰਾਂਗੇ ਸਿਗਮਾ ਬੌਂਡਡ ਆਰਗੈਨੋਮੈਟੈਲਿਕ ਕੰਪਾਊਂਡ ਦੀ। ਉਹ ਕੰਪਾਊਂਡ ਜਿਹੜੇ ਕੰਟੇਨ ਕਰਦੇ ਆ ਮੈਟਲ ਕਾਰਬਨ ਕੋਵਲੈਂਟ ਸਿਗਮਾ ਬੌਂਡ, ਯਾਨੀ ਉਹ ਜਿਹੜਾ ਮੈਟਲ ਕਾਰਬਨ ਦੇ ਵਿੱਚ ਜਿਹੜਾ ਬੌਂਡ ਹੋਏਗਾ ਨਾ ਉਹ ਸਿਗਮਾ ਬੌਂਡ ਹੋਏਗਾ, ਅਤੇ ਉਹਨੂੰ ਬੋਲਦੇ ਆਪਾਂ ਸਿਗਮਾ ਬੌਂਡਡ ਆਰਗੈਨੋਮੈਟੈਲਿਕ ਕੰਪਾਊਂਡ। ਐਗਜ਼ਾਮਪਲ ਜਿੱਦਾਂ ਗਿਰਗਨਾਰਡ ਰੀਏਜੈਂਟ ਆ ਉਹਦੇ ਵਿੱਚ ਹੁੰਦਾ ਨਾ, ਗਿਰਗਨਾਰਡ ਰੀਏਜੈਂਟ ਵਿੱਚ ਮੈਗਨੀਸ਼ੀਅਮ ਜਿਹੜੀ ਆ ਉਹ ਇੱਧਰ ਆਰ ਨੂੰ ਕਿਸੇ ਅਲਕਾਈਲ ਗਰੁੱਪ ਨੂੰ ਕਨੈਕਟ ਹੁੰਦੀ ਹੈ ਤਾਂ ਅਲਕਾਈਲ ਗਰੁੱਪ 'ਚ ਕਾਰਬਨ ਹੀ ਹੋਏਗਾ, ਠੀਕ ਹੈ। ਸੋ ਜੇ ਸਿਗਮਾ ਬੌਂਡ ਨਾਲ ਕਨੈਕਟਡ ਹੈਗੀਆਂ ਤਾਂ ਉਹਨੂੰ ਆਪਾਂ ਕੀ ਕਹਿ ਦਿੱਤਾ ਫਿਰ? ਸਿਗਮਾ ਬੌਂਡਡ ਆਰਗੈਨੋਮੈਟੈਲਿਕ ਕੰਪਾਊਂਡ। ਜਿੱਦਾਂ ਇਹ ਹੈਗਾ ਮਿਥਾਈਲ ਮੈਗਨੀਸ਼ੀਅਮ ਬ੍ਰੋਮਾਈਡ, ਇਥਾਈਲ ਮੈਗਨੀਸ਼ੀਅਮ ਬ੍ਰੋਮਾਈਡ, ਇਹਦੀ ਡਾਈਥਾਈਲ ਜ਼ਿੰਕ, ਠੀਕ ਹੈ। ਇਹ ਸਾਰੀਆਂ ਐਗਜ਼ਾਮਪਲਸ ਦਿੱਤੀਆਂ, ਇਹ ਸਾਰੇ ਸਿਗਮਾ ਵਾਲੇ ਹੈਗੇ ਆ। ਇਹਦੇ ਵਿੱਚੋਂ ਆਰ ਦਾ ਮਤਲਬ ਹੁੰਦਾ CH3, M ਮਤਲਬ ਇਹ ਕੋਈ ਵੀ ਮੈਟਲ ਹੋ ਸਕਦੀ ਆ। ਹੇਅਰ ਵੀ ਰੀਪ੍ਰਜੈਂਟ ਗਿਰਗਨਾਰਡ ਰੀਏਜੈਂਟ ਐਂਡ ਡਾਈ ਇਥਾਈਲ ਜ਼ਿੰਕ ਬਾਈ ਦੇਅਰ ਐਮਪੀਰੀਕਲ ਫਾਰਮੂਲਾ। ਸੋ ਉਹਨਾਂ ਦੇ ਫਾਰਮੂਲੇਜ਼ ਲਿਖੇ ਹੋਏ ਆ, ਠੀਕ ਹੈ। ਜਿਹੜਾ ਡਾਈਥਾਈਲ ਜ਼ਿੰਕ ਆ ਨਾ ਉਹ ਮੋਨੋਮੈਰਿਕ ਆ ਇਨ ਸੋਲਿਊਸ਼ਨ ਵਿਦ, ਉਹਦਾ ਸੋਲਿਊਸ਼ਨ ਦਿੱਤਾ ਹੋਇਆ ਹੈ, ਠੀਕ ਹੈ। ਕੋਆਰਡੀਨੇਟ ਐਟ ਅ ਜ਼ਿੰਕ ਐਟਮ, ਠੀਕ ਹੈ। ਜ਼ਿੰਕ ਐਟਮ ਦੇ ਨਾਲ ਕੋਆਰਡੀਨੇਟ ਹੈਗਾ ਆ, ਅਤੇ ਜ਼ਿੰਕ ਕਾਰਬਨ ਇੱਥੇ ਬੌਂਡ ਬਣਿਆ ਹੋਇਆ ਹੈ, ਜ਼ਿੰਕ ਕਾਰਬਨ,
ਇਹਦੀ ਟਰਾਈ ਮਿਥਾਈਲ ਐਲਮੋਨੀਅਮ CH3 ਇੱਧਰ ਬਾਹਰ AL ਐਗਜ਼ਿਸਟ ਕਰਦਾ ਐਜ਼ ਅ ਡਾਈਮਰ। ਠੀਕ ਹੈ, ਦੇਖੋ ਡਾਈਮਰ ਮਤਲਬ ਦੋ ਮੋਲੀਕੂਲ ਅੱਗੇ ਆਪਸ 'ਚ ਜੁੜੇ ਹੋਏ ਆ, ਬ੍ਰਿਜ ਇਹਨਾਂ ਵਿੱਚ ਇਹਦਾ ਬ੍ਰਿਜ ਬਣ ਰਿਹਾ। ਠੀਕ ਹੈ, ਸੋ ਇਹ ਸਾਰੇ ਸਿਗਮਾ ਵਾਲੇ ਹੈਗੇ ਨੇ। ਠੀਕ ਹੈ, ਸੋ ਐਗਜ਼ਾਮਪਲਸ ਯਾਦ ਰੱਖਣੀ ਹੈ। ਇਹਦੀ ਟੈਟਰਾ ਇਥਾਈਲ ਟਿਨ ਹੈ SnC2H5 4। ਇਹ ਦੇਖੋ ਸਾਰੇ ਸਿੰਗਲ ਬੌਂਡ ਹੀ ਹੈ ਤਾਂ ਸਿਗਮਾ ਹੀ ਕੰਟੇਨ ਕਰਦਾ। ਇਹਦੀ ਲੀਥੀਅਮ ਦੇ ਹੈ ਇਕੁਇਵਲੈਂਟ ਕੰਪਾਊਂਡ ਆ। ਆਰ ਜਰਨਲ ਹੈਵ ਟੈਟਰਾਮੈਰਿਕ ਸਟਰਕਚਰ। ਫੋਰ ਐਗਜ਼ਾਮਪਲ ਇਹ ਲੀਥੀਅਮ ਦੇ ਕੰਪਾਊਂਡ ਲਏ ਹੋਏ ਆ, ਇਹਦੇ ਮੈਗਨੀਸ਼ੀਅਮ ਦੇ ਕੁਛ ਕੰਪਾਊਂਡ ਲਏ ਹੋਏ ਆ, ਇਹ ਸਾਰੇ ਸਿਗਮਾ ਬੌਂਡਡ ਹੈਗੇ ਨੇ। ਠੀਕ ਹੈ, ਇਹਦੀ ਅਸੀਂ ਪਾਈ ਬੌਂਡਡ ਦੀ ਗੱਲ ਕਰਾਂਗੇ, ਜਿਹਨਾਂ ਵਿੱਚ ਮੈਟਲ ਕਾਰਬਨ ਬੌਂਡ ਜਿਹੜਾ ਹੋਏਗਾ ਉਹ ਕੀ ਹੋਏਗਾ, ਪਾਈ ਹੋਏਗਾ। ਠੀਕ ਹੈ, ਇਹਦੇ ਵਿੱਚ ਐਗਜ਼ਾਮਪਲਸ ਮੇਨ ਯਾਦ ਰੱਖਣੀਆਂ, ਜਿੱਦਾਂ ਜੀਸ ਸਾਲਟ ਹੈ, ਠੀਕ ਹੈ, ਜੀਸ ਸਾਲਟ ਇਹਦੇ ਵਿੱਚ ਕੀ ਹੁੰਦੇ ਆ 3 Cl ਐਟਮ ਹੁੰਦੇ ਆ। ਠੀਕ ਹੈ, ਮਤਲਬ 3 ਕਲੋਰੀਨ ਐਟਮ ਹੁੰਦੇ ਆ ਅਤੇ ਮਿਡਲ ਪੁਆਇੰਟ ਆਫ ਇਥਾਈਲ ਡਬਲ ਬੌਂਡਡ ਫਰੋਮ ਅ ਸਕੇਅਰ ਪਲੇਨਰ। ਠੀਕ ਹੈ, ਕੁਛ ਇੱਦਾਂ ਹੁੰਦਾ, ਮੈਂ ਤੁਹਾਨੂੰ ਦੱਸਦੀ ਹਾਂ ਜਿੱਦਾਂ ਜੀ ਸਾਲਟ ਦੀ ਮੈਂ ਤੁਹਾਨੂੰ ਸਟਰਕਚਰ ਦੱਸਦੀ ਹਾਂ। ਇਹ ਪਲੈਟੀਨਮ ਹੋਏਗਾ, ਇਹਦੇ ਕੋਲ ਇੱਥੇ 3 ਕਲੋਰੀਨ ਹੋਣਗੇ, ਇੱਥੇ ਨਹੀਂ ਲੈਣਾ ਆਪਾਂ, ਮੈਂ ਦੁਬਾਰਾ ਬਣਾਉਂਦੀ ਹਾਂ। ਇਹ ਪਲੈਟੀਨਮ ਹੈ, ਇੱਧਰ ਵੀ ਜ਼ਿੰਕ ਹੋਏਗਾ, ਸਾਡੇ ਕੋਲ ਕਲੋਰੀਨ ਹੋਏਗਾ, ਇੱਧਰ ਵੀ ਇੱਕ ਕਲੋਰੀਨ ਹੋਏਗਾ, ਕਲੋਰੀਨ। ਐਂਡ ਇੱਥੇ ਸਾਡੇ ਕੋਲ ਕੁਛ ਰਿਪਰਜੈਂਟੇਸ਼ਨ ਇਸ ਤਰ੍ਹਾਂ ਹੋਏਗੀ C ਐਂਡ ਇਹ ਸਾਡੇ ਕੋਲ ਇਹ ਬਣੇਗਾ ਸਾਡੇ ਕੋਲ ਸਕੇਅਰ ਪਲੇਨਰ ਦੇ ਵਿੱਚ ਹੈ ਪਲੈਟੀਨਮ। ਇੱਧਰ 3 ਕਾਰਬਨ ਜਿਹੜੇ ਆ 3 Cl ਐਟਮ ਦੇ ਨਾਲ ਹੋਏਗਾ। ਠੀਕ ਹੈ, ਸਕੇਅਰ ਪਲੇਨਰ ਬਣਾਏਗਾ। ਠੀਕ ਹੈ, ਬਾਕੀ ਇੱਧਰ ਮੈਂ ਤੁਹਾਨੂੰ ਦੱਸ ਦਿੱਤਾ ਹੈ C ਡਬਲ ਬੌਂਡ C ਇੱਧਰ ਹੋਣਾ ਜੁੜਿਆ। ਠੀਕ ਹੈ, ਸੋ ਇਹ ਪਰਪੈਂਡੀਕੂਲਰ ਟੂ ਪਲੇਨ ਹੋਏਗਾ ਕੰਟੇਨਿੰਗ PT ਐਂਡ Cl ਐਟਮ, ਜਿਹੜਾ ਉੱਧਰ C ਡਬਲ ਬੌਂਡ ਵਾਲਾ ਸੀਗਾ ਉਹ ਵਾਲਾ। ਇਹਨੂੰ ਇੱਦਾਂ ਲਿਖਦੇ ਹਾਂ KPTCl3 ਈਟਾ ਸਕੇਅਰ ਮਾਈਨਸ C2H4। ਨੰਬਰ ਆਫ ਕਾਰਬਨ ਐਟਮ ਬੌਂਡਡ ਟੂ ਮੈਟਲ ਇਜ਼ ਇੰਡੀਕੇਟਡ ਬਾਈ ਗ੍ਰੀਕ ਲੈਟਰ। ਕਿੰਨੇ ਕਾਰਬਨ ਐਟਮ ਅਟੈਚ ਹੈਗੇ ਉਹ ਈਟਾ ਨਾਲ ਲਿਖਦੇ ਹਾਂ। ਠੀਕ ਹੈ, ਸੋ PT ਇਜ਼ ਬੌਂਡ ਟੂ 2 ਕਾਰਬਨ ਐਟਮ therefore it is written as ਈਟਾ ਸਕੇਅਰ। ਇਹਨੂੰ ਈਟਾ ਸਕੇਅਰ ਲਿਖਿਆ ਜਾਂਦਾ। ਸੈਕਿੰਡ ਐਗਜ਼ਾਮਪਲ ਹੈਗੀ ਫੈਰੋਸਿਨ ਔਰ ਇਹਨੂੰ ਬਿਸਸਾਈਕਲੋ ਪੈਂਟਾਡਾਈਨਾਈਲ ਵੀ ਕਹਿੰਦੇ ਆ। ਠੀਕ ਹੈ, ਇਹਦੀ ਕੁਛ ਸਟਰਕਚਰ ਮੈਂ ਤੁਹਾਨੂੰ ਦੱਸ ਦਿੰਦੀ। ਇੱਦਾਂ Fe ਆਇਰਨ ਹੋਏਗਾ, ਉਸ ਤੋਂ ਉੱਪਰ ਸਟਰਕਚਰ ਹੋਏਗੀ ਇੱਦਾਂ। ਠੀਕ ਹੈ, ਸੇਮ ਸਿਮਿਲਰਲੀ ਇੱਧਰ ਹੋਏਗਾ। ਠੀਕ ਹੈ, ਇਹਦੇ ਵਿੱਚ ਇਹਨੂੰ ਤੁਸੀਂ ਬੰਦ ਕਰ ਦਿਓ। ਠੀਕ ਹੈ, ਸੋ ਇੱਦਾਂ ਅਸੀਂ ਲਵਾਂਗੇ। ਇਹ ਹੈਗਾ ਫੈਰੋਸਿਨ ਸਾਡੇ ਕੋਲ। ਸੋ ਦ ਸਟਰਕਚਰ ਆਫ ਫੈਰੋਸਿਨ ਇਜ਼ ਰਿਗਾਰਡਡ ਐਜ਼ ਸੈਂਡਵਿਚ ਸਟਰਕਚਰ ਵੀ ਕਿਹਾ ਜਾਂਦਾ। ਇਹਦੇ ਵਿੱਚ ਆਇਰਨ ਐਟਮ ਜਿਹੜਾ ਆ ਉਹ ਸੈਂਡਵਿਚ ਹੋਇਆ ਬਿਟਵੀਨ 2 C5H5 ਆਰਗੈਨਿਕ ਰਿੰਗ, ਜੋ ਮੈਂ ਹੁਣੇ ਬਣਾ ਕੇ ਦਿਖਾਈਆਂ। ਠੀਕ ਹੈ, the plane of ring is parallel to so that the carbon atom are the same distance ਤੇ ਹੋਣਗੇ। ਇਹਦੀ ਇੱਕ ਐਗਜ਼ਾਮਪਲ ਹੈਗੀ ਆ ਰਿਥੈਨੋਸਿਨ RuC5H5, ਓਸਮੋਸਿਨ OsC5H5 2। ਠੀਕ ਹੈ, ਇਹ ਸਿਮਿਲਰ ਸਟਰਕਚਰ ਇਹਦੇ ਵਾਂਗ ਹੀ ਹੋਣਗੀਆਂ, ਬਸ ਆਇਰਨ ਦੀ ਜਗ੍ਹਾ ਤੁਸੀਂ ਇੱਥੇ Ru ਲਗਾਓਗੇ ਅਤੇ ਇੱਥੇ OS ਲਗਾਓਗੇ। ਇਹਦੀ ਡਾਈਬੈਂਜ਼ੀਨ ਕ੍ਰੋਮੀਅਮ ਹੈ ਕੀ ਹੋਏਗੀ, ਕ੍ਰੋਮੀਅਮ ਉੱਪਰ ਡਾਈਬੈਂਜ਼ੀਨ ਲਗਾ ਦਿਓ। ਬੈਂਜ਼ੀਨ ਤਾਂ ਬਣਾਉਣਾ ਆਉਂਦਾ ਤੁਹਾਨੂੰ। ਠੀਕ ਹੈ, ਸੋ ਇਹਦੀ ਡਾਈਬੈਂਜ਼ੀਨ। ਠੀਕ ਹੈ, ਸੋ ਬੈਂਜ਼ੀਨ ਬਣਾ ਲੈਣਾ ਇੱਥੇ ਥੋੜ੍ਹਾ 1 2 3 ਹੋ ਜਾਏਗਾ 4 5 ਅਤੇ 6। ਠੀਕ ਹੈ, ਸੋ ਇਹ ਆ ਜਾਏਗੀ ਐਗਜ਼ਾਮਪਲ ਇਹਦੀ ਕ੍ਰੋਮੀਅਮ ਈਟਾ ਪਾਵਰ 6 C6H5 2। ਠੀਕ ਹੈ, ਸੋ ਇੱਦਾਂ ਐਗਜ਼ਾਮਪਲਸ ਇਹਦੀਆਂ। ਸਿੰਥਸਿਸ ਜਿਹੜੀ ਆ ਅਲੱਗ ਅਲੱਗ ਮੈਥਡ ਹੈਗੇ ਬਣਾਉਣ ਦੇ। ਠੀਕ ਹੈ, ਜਿੱਦਾਂ ਗਿਰਗਨਾਰ ਰੀਜੈਂਟ ਆਪਾਂ ਬਣਾਉਂਦੇ ਹਾਂ ਉਹ ਤਰੀਕਾ ਹੈਗਾ ਆ, ਜਾਂ ਫਿਰ ਡਾਈਥਾਈਲ ਜ਼ਿੰਕ ਅਸੀਂ ਪ੍ਰੀਪੇਅਰ ਕਰ ਸਕਦੇ। ਜ਼ਿੰਕ ਨੂੰ ਹੀਟ ਕਰ ਦਿਓ ਵਿਦ, ਠੀਕ ਹੈ, ਕਿਸੇ ਐਲਕਾਈਲ ਹੈਲਾਈਡ ਨਾਲ। ਠੀਕ ਹੈ, ਇਨਰਟ ਐਟਮੋਸਫੀਅਰ ਰੱਖ ਲਓ ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਦਾ। ਸੋ ਕੋਈ ਵੀ ਇੱਕ ਦੋ ਮੈਥਡ ਦੇ ਵਿੱਚ ਤੁਸੀਂ ਦੇਖ ਲੈਣਾ। ਠੀਕ ਹੈ, ਸਾਰੇ ਮੈਥਡ ਆ, ਸਾਰੇ ਅਲੱਗ ਅਲੱਗ ਤਰ੍ਹਾਂ ਦੇ ਔਰਗੈਨੋਮੈਟਾਲਿਕ ਕੰਪਾਊਂਡ ਬਣਾਏ ਹੋਏ ਆ। ਠੀਕ ਹੈ, ਦੇ ਪਾਈ ਕੰਪਲੈਕਸ ਦੇ ਬਣਾਏ ਹੋਏ ਆ, ਜਿਸ ਸਾਲਟ ਜਿੱਦਾਂ ਬਣਦਾ ਕਿੱਦਾਂ ਇਹ ਬਣਾ ਕੇ ਦਿਖਾਇਆ ਫਾਰਮੂਲਾ ਤਾਂ ਆਪਾਂ ਕਰ ਲਿਆ ਫੈਰੋਸਿਨ। ਇੱਕ ਨਾਮ ਯਾਦ ਰੱਖਣੇ ਆਪਾਂ ਪਾਈ ਦੇ ਵਿੱਚ ਕਿਹੜੇ ਆਉਂਦੇ ਆ, ਅਤੇ ਜਿੱਦਾਂ ਹੁਣ ਅਸੀਂ ਮੇਨ ਐਗਜ਼ਾਮਪਲਾਂ ਯਾਦ ਰੱਖ ਲੈਣੀਆਂ ਨਾ ਇਹਦੀਆਂ, ਕਿ ਜਿਹੜਾ ਜਿਸ ਸਾਲਟ ਫੈਰੋਸਿਨ। ਠੀਕ ਹੈ, ਫੈਰੋਸਿਨ ਦੇ ਨਾਲ ਨਾਲ ਐਗਜ਼ਾਮਪਲ ਆਪਾਂ ਇਹਦੀ ਰੂਥੈਨੋਸਿਨ। ਠੀਕ ਹੈ, ਐਂਡ ਓਸਮੋਸਿਨ, ਇਹ ਵਾਲੇ ਡਾਈਬੈਂਜ਼ੀਨ, ਕ੍ਰੋਮੀਅਮ, ਇਹ ਸਾਰੀ ਪਾਈ ਦੇ ਵਿੱਚ ਆ। ਠੀਕ ਹੈ, ਬਾਕੀ ਜਿਹੜੇ ਆ ਉਹ ਕਿਹਦੇ ਵਿੱਚ ਆ ਗਏ, ਸਿਗਮਾ ਦੇ, ਜਿੱਦਾਂ ਲੀਥੀਅਮ ਦੇ ਹੋ ਗਏ, ਮੈਗਨੀਸ਼ੀਅਮ ਦੇ ਹੋ ਗਏ। ਠੀਕ ਹੈ, ਸਾਰੇ ਸਿੰਗਲ ਬੌਂਡ ਟਰਾਈ ਵਾਲਾ ਇਥਾਈਲ ਐਲਮੋਨੀਅਮ ਹੈਗਾ, ਗ੍ਰੀਨਾਰ ਰੀਏਜੈਂਟ ਹੈਗੇ ਆ, ਉਹ ਸਾਰੇ ਸਿਗਮਾ ਦੇ ਵਿੱਚ ਆ। ਪੇਪਰ 'ਚ ਕੁਐਸਚਨ ਜਿਹੜਾ ਪੁੱਟ ਕੀਤਾ ਜਾ ਸਕਦਾ। ਸੋ ਕੁਐਸਚਨ ਦੇਖ ਲਓ, ਵਿਚ ਅਮੰਗ ਆਫ ਦਾ ਫੋਲੋਇੰਗ ਆਰ ਔਰਗੈਨੋਮੈਟਾਲਿਕ ਕੰਪਾਊਂਡ। ਇਹਨਾਂ 'ਚੋਂ ਕਿਹੜੇ ਔਰਗੈਨੋਮੈਟਾਲਿਕ ਕੰਪਾਊਂਡ ਹੈਗੇ ਆ ਜਿਹਨਾਂ ਵਿੱਚ ਮੈਟਲ ਜਿਹੜੀ ਡਾਇਰੈਕਟ ਕਾਰਬਨ ਬੌਂਡਡ ਹੋਏਗੀ। ਇਹ 'ਚ ਤਾਂ ਆਕਸੀਜਨ ਹੈਗੀ, ਇਹ ਨਹੀਂ ਹੋਏਗਾ। ਠੀਕ ਹੈ, B ਆਪਸ਼ਨ ਹੀ ਹੋਏਗਾ, ਪਹਿਲਾ ਹੋਏਗਾ। ਹੋਰ ਕਿਹੜਾ ਹੋਏਗਾ, ਇਹ ਵੀ, ਇਹਦੇ ਵਿੱਚ ਵੀ ਕਾਰਬਨ ਬੌਂਡਡ ਹੋ ਜਾਏਗੀ। ਠੀਕ ਹੈ, ਇਹ ਸਾਰੇ ਜਿਹੜੇ ਦੋ ਜਣੇ ਹੋ ਜਾਣਗੇ ਔਰਗੈਨੋਮੈਟਾਲਿਕ ਕੰਪਾਊਂਡ। ਨੈਕਸਟ ਪੁੱਛਿਆ, ਡੂ ਵੀ ਕਾਲ ਮੈਟਲ ਕਾਰਬੋਨਿਲ ਐਜ਼ ਅ ਔਰਗੈਨੋਮੈਟਾਲਿਕ। ਜਿਹੜੇ ਮੈਟਲ
ਕਾਰਬੋਨਿਲਸ ਹੁੰਦੇ ਆ ਕਿ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਔਰਗੈਨੋਮੈਟੈਲਿਕ ਕੰਪਾਊਂਡ? ਯੈਸ ਕਹਿ ਸਕਦੇ, ਕਿਉਂਕਿ ਮੈਟਲ ਡਾਇਰੈਕਟਲੀ ਬੌਂਡਡ ਟੂ ਕਾਰਬਨ ਐਟਮ ਹੁੰਦੀ ਹੈ। ਠੀਕ ਹੈ। ਵਟ ਇਜ਼ ਦ ਆਕਸੀਡੇਸ਼ਨ ਸਟੇਟ ਆਫ ਮੈਟਲ ਇਨ ਦ ਫੋਲੋਇੰਗ ਕਾਰਬੋਨਿਲ? ਠੀਕ ਹੈ, ਇਹਨਾਂ ਸਾਰਿਆਂ ਦੇ ਵਿੱਚ ਕਿਉਂਕਿ ਇਹ ਨਿਊਟਰਲ ਹੁੰਦਾ ਆ CO, ਠੀਕ ਹੈ, ਕਾਰਬੋਨਿਲ, ਸੋ ਇਸ ਕਰਕੇ ਸਾਰਿਆਂ ਦੀ ਕਿੰਨੀ ਆ ਜਾਏਗੀ? 0 ਹੀ ਆ ਜਾਏਗੀ। ਗਿਵ ਐਨ ਐਗਜ਼ਾਮਪਲ ਆਫ ਮੈਟਲ ਕਾਰਬੋਨਿਲ ਹੈਵਿੰਗ ਦਾ ਮੈਟਲ ਬੌਂਡ। ਮੈਟਲ ਕਾਰਬੋਨਿਲ ਕੋਈ ਵੀ ਐਗਜ਼ਾਮਪਲ ਦੇ ਦਿਓ, Mn2CO10 ਇਹ ਦੇ ਦਿਓ। ਗਿਵ ਐਨ ਐਗਜ਼ਾਮਪਲ ਆਫ ਔਰਗੈਨੋਮੈਟੈਲਿਕ ਕੰਪਾਊਂਡ ਹੈਵਿੰਗ ਸੈਂਡਵਿਚ ਸਟਰਕਚਰ। ਆਪਾਂ ਕੀਤਾ ਹੀ ਨਾ ਸੈਂਡਵਿਚ ਸਟਰਕਚਰ ਵਾਲਾ, ਫੈਰੋਸੀਨ। ਠੀਕ ਹੈ, ਆਪਾਂ ਕਰ ਚੁੱਕੇ ਹਾਂ। ਸੋ ਮੈਂ ਜਿੰਨਾ ਇੰਪੋਰਟੈਂਟ ਸੀ ਕਰਵਾ